ਚੜ੍ਹਦਾ ਸੂਰਜ, ਚੜ੍ਹਦਾ ਸੂਰਜ, ਚੜ੍ਹਦਾ ਸੂਰਜ। ਨਮਸਕਾਰ। ਅੱਜ ਦਾ ਦਿਹਾੜਾ ਤੁਹਾਡਾ ਬਹੁਤ ਸੋਹਣਾ ਜਾਵੇ, ਬਹੁਤ ਸੁਖੀ ਜੀਵਨ ਲਵੋ ਤੁਸੀਂ, ਅਜਿਹੀ ਮੇਰੀ ਮੰਗਲ ਕਾਮਨਾ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰੇ, ਅਜਿਹੀ ਮੇਰੀ ਪ੍ਰਾਰਥਨਾ। ਪ੍ਰਾਰਥਨਾ ਯੁਕਤ ਹੋ ਫਰਿਆਦ ਕਰਦਾ, ਗ੍ਰਹਿਾਂ ਦੀ ਚਾਲ ਵੱਲ ਤੱਕਦੇ ਰਹੋ ਤੇ ਈਸ਼ਵਰ ਦਾ ਧਿਆਨ ਕਰੋ। ਗ੍ਰਹਿ ਪਲ ਪਲ ਆਪਾਂ ਨੂੰ ਤੱਕ ਰਹੇ ਹਨ, ਪਲ ਪਲ ਉਹਨਾਂ ਦੀ ਨਜ਼ਰ ਹੈ ਆਪਣੇ ਤੇ। ਗ੍ਰਹਿ ਕਦੇ ਬਾਧਕ ਦਾ ਚੋਲਾ ਪਹਿਨ ਲੈਂਦੇ, ਕਦੇ ਮਾਰਕ ਦਾ ਚੋਲਾ ਪਹਿਨ ਲੈਂਦੇ, ਕਦੇ ਬਖਸ਼ਿਸ਼ ਦਾ ਚੋਲਾ ਪਹਿਨ ਲੈਂਦੇ, ਕਦੇ ਬਖਸ਼ਿਸ਼ ਦੀ ਬਰਸਾਤ ਦਾ ਚੋਲਾ। ਪਰ ਆਪਾਂ ਆਪਣੇ ਅਹਿਮ ਤੇ ਅਹੰਕਾਰ ਦੇ ਘੁੱਟ ਪੀ ਜਾਂਦੇ ਹਾਂ। ਬਹੁਤ ਵੱਡੀ ਬਾਧਾ ਹੈ ਇਹ। ਉੱਪਰ ਦੀ ਬਾਧਕ ਜ਼ਿੰਦਗੀ ਵਿੱਚ ਬਾਧਾਵਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੰਦੇ। ਮਾਰਕ ਮਾਰਨ ਤੱਕ ਜਾਂਦੇ ਇਨਸਾਨ ਨੂੰ, ਗੋਲੀ ਕੋਲ ਦੀ ਲੰਘ ਜਾਂਦੀ। ਉਹ ਕਿਉਂ? ਕਿਉਂਕਿ ਕਈ ਵਾਰ ਉਹ ਗੁਰੂ ਗ੍ਰਹਿ ਤੁਹਾਡੇ ਤੇ ਬਖਸ਼ਿਸ਼ ਦੀ ਬਰਸਾਤ ਕਰ ਰਿਹਾ ਹੁੰਦਾ ਹੈ ਤੇ ਮਾਰਕ ਆਪਣੇ ਵੱਲੋਂ ਬਲੀ ਦਾ ਚੋਲਾ ਪਹਿਨ ਕੇ ਤੁਹਾਨੂੰ ਮਾਰਨ ਨੂੰ ਫਿਰਦਾ ਹੈ। ਫਿਰ ਤੁਸੀਂ ਬਚ ਜਾਂਦੇ ਹੋ। ਐਕਸੀਡੈਂਟ ਹੁੰਦਾ ਹੈ, ਭਿਆਨਕ ਐਕਸੀਡੈਂਟ, ਤੁਸੀਂ ਬਚ ਜਾਂਦੇ ਹੋ। ਦੁਸ਼ਮਣ ਘੇਰਾ ਪਾ ਲੈਂਦੇ, ਤੁਸੀਂ ਬਚ ਜਾਂਦੇ ਹੋ। ਦੁਸ਼ਮਣ ਤੁਹਾਡੇ ਪ੍ਰਤੀ ਇੱਕ ਮਹਾ ਅਭਿਯੋਗ ਤਿਆਰ ਕਰਦੇ, ਤੁਸੀਂ ਬਚ ਜਾਂਦੇ ਹੋ। ਕਿਉਂ? ਕਾਰਨ ਤੁਸੀਂ ਈਸ਼ਵਰ ਨੂੰ ਯਾਦ ਕਰਦੇ ਹੋਵੋਗੇ। ਉਹ ਪ੍ਰਗਟ ਹੋ ਜਾਂਦੇ ਹਨ। ਉਹ ਤੁਹਾਡੇ ਅੰਦਰ, ਤੁਹਾਡੇ ਬਾਹਰ, ਤੁਹਾਡੇ ਇਰਦ ਗਿਰਦ ਸ਼ਕਤੀਆਂ ਦਾ ਕਵਚ ਉਸ ਦੇ ਰੂਪ ਵਿੱਚ ਕੰਮ ਕਰਦੇ ਹਨ। ਜਿਹੜੇ ਤੁਸੀਂ ਚੰਗੇ ਕੰਮ ਕਰਦੇ ਹੋ, ਉਹ ਦੁਆਵਾਂ ਕੰਮ ਕਰਦੀਆਂ ਹਨ। ਤੁਹਾਨੂੰ ਪਤਾ ਹੈ, ਦੁਆਵਾਂ ਕੈਂਸਰ ਤੱਕ ਨੂੰ ਮੁਕਤ ਕਰ ਦਿੰਦੀਆਂ ਹੈ, ਇਨਸਾਨ ਨੂੰ ਮ੍ਰਿਤੂ ਯੋਗ ਵਿੱਚ ਜਾਣ ਨਹੀਂ ਦਿੰਦੀਆਂ, ਬੂਹੇ ਬੰਦ ਕਰ ਦਿੰਦੀਆਂ ਦੁਆਵਾਂ। ਇਸ ਲਈ ਲੋਕਾਂ ਦੀਆਂ ਦੁਆਵਾਂ ਲਿਆ ਕਰੋ। ਮੈਂ ਤੁਹਾਡੇ ਨਾਲ ਬਾਧਕ ਗ੍ਰਹਿ ਦੀ ਗੱਲ ਕਰ ਰਿਹਾ। ਮੈਂ ਇੱਕੋ ਲਗਨ ਨੂੰ ਲੈ ਕੇ ਇਹ ਸਾਰੀ ਗੱਲ ਦੱਸਣ ਦਾ ਪ੍ਰਯਾਸ ਕਰ ਰਿਹਾ। ਫਿਰ ਮੈਂ ਸਾਰੇ ਲਗਨ, 4 ਸਥਿਰ 2 ਸੁਭਾਅ, ਉਹ ਸਾਰਿਆਂ ਬਾਰੇ ਦੱਸਣ ਵਾਲਾ। ਸਾਰਿਆਂ ਬਾਰੇ। ਬਾਧਕ ਘਰ 11ਵਾਂ ਮੇਖ ਲਗਨ ਵਾਲਿਆਂ ਵਾਸਤੇ। ਬਾਧਕ ਘਰ ਦਾ ਮਾਲਕ ਗ੍ਰਹਿ ਸ਼ਨੀ ਤੁਹਾਡੇ ਵਾਸਤੇ ਬਾਧਕ ਤੇ ਮਾਰਕ ਦਾ ਚੋਲਾ ਪਹਿਨ ਕੇ ਆਇਆ ਹੈ। ਹੁਣ ਆਪਾਂ ਨੂੰ ਵੇਖਣਾ ਕੀ ਹੈ ਕਿ ਉਹ ਗ੍ਰਹਿ ਤੁਹਾਡੇ ਲਗਨ ਵਿੱਚ ਪਿਆ ਹੈ ਤਾਂ ਉਸਨੇ ਤੁਹਾਡੀ ਯਸ਼ ਮਾਨ ਕੀਰਤੀ ਤੇ ਅਟੈਕ ਕਰ ਦੇਣਾ ਹੈ। ਉਹ ਗ੍ਰਹਿ ਬਾਧਕ ਦਾ ਚੋਲਾ ਪਹਿਨ ਕੇ ਤੁਹਾਡੇ ਧਨ ਸਥਾਨ ਵਿੱਚ ਪਿਆ ਹੈ, ਉਸਨੇ ਤੁਹਾਡੇ ਧਨ ਤੇ ਅਟੈਕ ਕਰ ਦੇਣਾ ਹੈ, ਤੁਹਾਡੇ ਪਰਿਵਾਰ ਤੇ ਕਰ ਦੇਣਾ ਹੈ, ਤੁਹਾਡੀ ਪੈਤਰਿਕ ਸੰਪત્ਤੀ ਤੁਹਾਡੇ ਤੋਂ ਖੋਹ ਲੈਣੀ ਹੈ, ਤੁਹਾਨੂੰ ਕੇਸਾਂ ਵਿੱਚ ਹਰਾ ਦੇਣਾ ਹੈ। ਇਹੀ ਗ੍ਰਹਿ ਬਾਧਕ ਦਾ ਚੋਲਾ ਪਹਿਨ ਕੇ 11th ਹਾਊਸ ਲੌਰਡ ਬਣ ਕੇ ਤੀਜੇ ਘਰ ਵਿੱਚ ਚਲਾ ਗਿਆ, ਤੁਹਾਡੇ ਛੋਟੇ ਭੈਣ ਭਰਾਵਾਂ ਤੇ ਇਸ ਦਾ ਬਹੁਤ ਪ੍ਰਭਾਵ। ਉਹਨਾਂ ਨਾਲ ਤੁਹਾਡੇ ਵੀ ਸੰਬੰਧ ਖਰਾਬ ਤੇ ਉਹਨਾਂ ਦੇ ਸੈਲਫ ਤੇ ਵੀ ਵਪਾਰਿਕ
ਧਨ ਨਾਲ ਸੰਬੰਧਿਤ, ਸ਼ੋਹਰਤ ਨਾਲ ਸੰਬੰਧਿਤ ਕਿੰਨੇ ਤਰ੍ਹਾਂ ਦੀਆਂ ਤਕਲੀਫਾਂ ਉੱਭਰ ਕੇ ਬਾਹਰ ਆ ਜਾਣਗੀਆਂ। ਆਪਾਂ ਕੀ ਸੋਚਦੇ ਹਾਂ, ਮੇਰੇ ਭੈਣ ਦਾ, ਮੇਰੀ ਭਰਾ ਦਾ ਟੇਵਾ ਤਾਂ ਬਹੁਤ ਸੋਹਣਾ ਹੈ, ਫਿਰ ਉਹ ਤਕਲੀਫ ਵਿੱਚ ਕਿਉਂ ਹੈ? ਫਿਰ ਉਲਝਣ ਕਿਸ ਗੱਲ ਦੀ ਹੈ? ਫਿਰ ਪੀੜਾ ਕਿੱਥੋਂ ਆ ਰਹੀਆਂ ਹਨ? ਤੁਸੀਂ ਆਪਣੇ ਹੋਰੋਸਕੋਪ ਦੇ ਨਾਲ ਆਪਣੇ ਵੱਡੇ ਭਰਾ ਦਾ, ਆਪਣੇ ਛੋਟੇ ਭਰਾ ਦਾ ਹੋਰੋਸਕੋਪ ਵੀ ਵੇਖੋ। ਉਸ ਦਾ ਬਾਅਦ ਤੁਹਾਡੇ ਗਲੇ ਦੇ ਵਿੱਚ ਫਾਂਸੀ ਦਾ ਫੰਦਾ ਲਾਉਣ ਵਾਸਤੇ ਆਇਆ ਹੈ, ਇਹ ਤਾਂ ਵੇਖਿਆ ਹੀ ਨਹੀਂ ਤੁਸੀਂ। ਉਹੀ ਬਾਧਕ, ਉਹੀ ਮਾਰਕ ਤੁਹਾਡੇ ਚੌਥੇ ਘਰ ਵਿੱਚ ਆ ਗਿਆ। ਉਸਨੇ ਤੁਹਾਡੀ ਮਾਂ ਦੀ ਸਿਹਤ ਨੂੰ ਲਪੇਟ ਲਿਆ। ਮਾਂ ਦਾ ਟੇਵਾ ਤਾਂ ਇੰਨਾ ਸੋਹਣਾ ਹੈ, ਤੇ ਫਿਰ ਗੱਲ ਕੀ ਹੈ? ਕਿੱਥੋਂ ਪੀੜ ਆ ਰਹੀ ਹੈ? ਕਿੱਥੋਂ ਦੁਵਿਧਾ ਹੈ? ਕਿੱਥੋਂ ਤਕਲੀਫ ਹੈ? ਉਸ ਨੂੰ ਪਹਿਚਾਨਣ ਦਾ ਪ੍ਰਯਾਸ ਅਹਿਮ ਜ਼ਰੂਰੀ ਹੈ। ਮੇਰਾ ਨਟਸ਼ਲ ਕਹਿਣ ਤੋਂ ਕੀ ਮਤਲਬ ਹੈ ਕਿ ਇਹ ਬਾਧਕ ਗ੍ਰਹਿ, ਬਾਧਕ ਦਾ ਚੋਲਾ ਪਹਿਨ ਕੇ, ਮਾਰਕ ਦਾ ਚੋਲਾ ਪਹਿਨ ਕੇ ਜਿਸ ਘਰ ਦੇ ਵਿੱਚ ਚੱਲ ਰਿਹਾ ਹੋਵੇਗਾ, ਬੈਠਾ ਹੋਵੇਗਾ, ਉਸ ਘਰ ਤੇ ਅਟੈਕ ਕਰਨਾ ਇਸਨੇ। ਔਲਾਦ ਦੇ ਘਰ ਦੇ ਵਿੱਚ ਔਲਾਦ ਤੇ ਅਟੈਕ ਕਿਸ ਚੀਜ਼ ਦਾ? ਬਿਮਾਰੀ ਦਾ ਹੋ ਸਕਦਾ ਹੈ, ਪੜ੍ਹਾਈ ਦਾ ਹੋ ਗਿਆ, ਵਪਾਰ ਕਰਦੇ ਹੋਣ ਤਾਂ ਵਪਾਰ ਦਾ ਹੋ ਸਕਦਾ ਹੈ। ਉਹ ਚੰਗੇ ਭਲੇ ਸੀ, ਉਹਨਾਂ ਦੇ ਜੀਵਨ ਦੇ ਵਿੱਚ ਜ਼ਹਿਰੀਲੇ ਤੱਤਵ ਕਿੱਥੋਂ ਸ਼ੁਰੂ ਹੋ ਗਏ? ਪੀੜਾਂ ਕਿੱਥੋਂ ਆ ਗਈਆਂ? ਪ੍ਰੇਮ ਜ਼ਹਿਰ ਕਿਵੇਂ ਬਣ ਗਿਆ? ਪ੍ਰੇਮ ਘ੍ਰਿਣਾ ਦਾ ਰੂਪ ਕਿਵੇਂ ਧਾਰਨ ਕਰ ਗਿਆ? ਇਹੀ ਬਾਧਕ 6ਵੇਂ ਘਰ ਦੇ ਵਿੱਚ ਮੰਡਰਾ ਰਿਹਾ ਹੈ। ਬਾਧਕ ਦਾ ਚੋਲਾ ਪਹਿਨ ਕੇ, ਮਾਰਕ ਦਾ ਚੋਲਾ ਪਹਿਨ ਕੇ 6ਵੇਂ ਘਰ ਵਿੱਚ ਮੰਡਰਾ ਰਿਹਾ ਹੈ। ਤੁਹਾਡੇ ਰੋਗਾਂ ਨੂੰ ਉਦੇ ਕਰ ਦੇਣਾ ਹੈ ਇਸਨੇ, ਤੁਹਾਡੇ ਸ਼ਤਰੂਆਂ ਨੂੰ ਉਦੇ ਕਰ ਦੇਣਾ ਹੈ। ਤੁਹਾਡੇ ਬੂਹੇ ਬੰਦ ਕਰਨ ਵਾਲੇ ਸ਼ਤਰੂ ਨਿਡਰਤਾ ਦਾ ਚੋਲਾ ਪਹਿਨ ਕੇ ਤੁਹਾਡੇ ਅੱਗੇ ਆ ਕੇ ਖੜੇ ਹੋ ਜਾਣਗੇ। ਤੁਹਾਨੂੰ ਅਜਿਹੀਆਂ ਤਕਲੀਫਾਂ ਵਿੱਚ ਲਿਜਾਣ ਦਾ ਪ੍ਰਯਾਸ ਕਰਨਗੇ ਜਿਹੜੀਆਂ ਤੁਸੀਂ ਸੋਚੀਆਂ ਵੀ ਨਾ ਹੋਣ। ਇਹੀ ਬਾਧਕ, ਇਹੀ ਮਾਰਕ ਜਦੋਂ ਆਪਣੀ ਮਹਾਦਸ਼ਾ, ਦਸ਼ਾਨਾਥ, ਅੰਤਰ ਦਸ਼ਾ, ਪ੍ਰਤਿਅੰਤਰ, ਸੂਖਸ਼ਮ ਦਸ਼ਾ ਦੇ ਵਿੱਚ ਜੇ ਤੁਹਾਡੇ 7ਵੇਂ ਘਰ ਦੇ ਵਿੱਚ ਵਿਵਾਹਿਤ ਜੀਵਨ ਦੇ ਵਿੱਚ ਆ ਗਿਆ, ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ, ਗ੍ਰਹਿ ਉੱਚਦਾ ਪਿਆ, ਉੱਥੇ ਅਸਮਾਨ ਵਿੱਚ ਵੀ ਉੱਚਦਾ, ਉੱਥੇ ਵੀ ਉੱਚਦਾ, ਪਰ ਬਾਧਕ ਦਾ ਚੋਲਾ ਪਹਿਨ ਕੇ ਉੱਥੇ, ਤੇ ਫਿਰ ਸ਼ਾਦੀ ਕਿਵੇਂ ਹੋਣੀ ਹੈ? 40-40, 50-50 ਸਾਲ ਦੇ ਹੋ ਗਏ, ਸ਼ਾਦੀ ਨਹੀਂ ਹੋਈ, ਕਿਉਂਕਿ ਕੋਈ ਵੀ ਗ੍ਰਹਿ ਬਾਧਕ ਦਾ ਚੋਲਾ, ਸ਼ਨੀਦੇਵ 19 ਸਾਲ ਦਾ, ਗੁਰੂ ਗ੍ਰਹਿ ਤਾਂ ਬਹੁਤ ਚੰਗਾ, ਸੋਹਣਾ, ਕਿਰਪਾ ਦਾ ਹੱਥ ਦੇਣ ਵਾਲਾ ਪਿਆ 7ਵੇਂ ਘਰ ਦੇ ਵਿੱਚ, ਸ਼ਾਦੀ ਫਿਰ ਵੀ ਨਹੀਂ ਹੋ ਰਹੀ। ਕਦੇ ਸੋਚਿਆ ਤੁਸੀਂ? ਭਲੇ ਮਾਨਸੋ, ਉਸਨੇ ਬਾਧਕ ਦਾ ਚੋਲਾ ਪਹਿਨ ਕੇ ਇੱਥੇ ਸਥਾਨ ਬਣਾਇਆ ਹੋਇਆ ਹੈ। ਲੱਭ ਨਹੀਂ ਰਿਹਾ ਤੁਹਾਡਾ ਗਵਾਚਿਆ ਸੋਨਾ, ਤੁਹਾਡੇ ਹੀਰੇ ਜਵਾਹਰਾਤ, ਤੁਹਾਡਾ ਪੈਸਾ ਕਿੱਧਰ ਗਿਆ? ਕਿਹਨੇ ਲੈ ਲਿਆ? ਉਹ ਬਾਧਕ 8ਵੇਂ ਘਰ ਦੇ ਵਿੱਚ ਡੁਬਕੀਆਂ ਲਾ ਰਿਹਾ ਹੈ। ਤੁਸੀਂ ਕੁਛ ਹੋਰ ਲੱਭ ਰਹੇ ਹੋ, ਉਹ ਕਿਤੇ ਹੋਰ ਟੱਕਰਾਂ ਮਾਰ ਰਿਹਾ ਹੈ। ਤੁਹਾਨੂੰ ਉਲਝਾ ਦੇ ਵਿੱਚ ਪਾ ਦਿੱਤਾ ਉਸਨੇ। ਇਹੀ ਬਾਧਕ ਜੇ 9ਵੇਂ ਘਰ ਦੇ ਵਿੱਚ ਆ ਗਿਆ, ਕਿਸਮਤ ਦੇ ਤੰਤੇ ਤੋੜ ਦਿੰਦਾ ਹੈ, ਭਾਗਯਹੀਨ ਬਣਾ ਦਿੰਦਾ ਹੈ। ਤੁਹਾਡੀ ਕਿਸਮਤ ਦੇ ਘਰ ਦੇ ਵਿੱਚ ਤਾਂ ਉੱਚਦਾ ਗ੍ਰਹਿ ਪਿਆ ਹੈ, ਫਿਰ ਕਿਉਂ ਇੰਜ ਹੋਇਆ ਹੈ? ਉਸੇ ਦੀ ਤਲਾਸ਼ ਕਰੋ। ਪਨਰੀਆ ਯੰਤਰ। ਫਿਰ ਜਿਹੜਾ ਘਰ ਤਬਾਹ ਹੋ ਰਿਹਾ ਹੈ, ਉਸ ਦੇ ਮਾਲਕ ਗ੍ਰਹਿ ਦਾ ਨਗ
ਉਸ ਪਨਰੀਆ ਯੰਤਰ ਦੇ ਵਿੱਚ ਮੜਾ ਕੇ ਤੁਸੀਂ ਕਿਸੇ ਦਿਨ ਵੀ ਪਹਿਲੇ ਪੈਰ ਵਿੱਚ ਰਾਤ ਨੂੰ ਧਾਰਨ ਕਰ ਲਓ। ਈਸ਼ਵਰ ਦਾ ਧਿਆਨ ਕਰਦੇ ਹੋਏ ਸਾਰੇ ਬਾਧਕ ਮਾਰਕ ਅਵਸਥਾਵਾਂ ਤੋਂ ਤੁਸੀਂ ਮੁਕਤ ਹੋ ਜਾਵੋਗੇ। ਅਜਿਹਾ ਮੇਰਾ ਅਟਲ ਵਿਸ਼ਵਾਸ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨਗੇ। ਤੁਹਾਡਾ ਇਹ ਵਰਾ ਵਿਸ਼ੇਸ਼ ਸ਼ਨੀ ਦੇਵ ਦੇ ਥੱਲੇ ਜਾਣ ਵਾਲਾ ਹੈ। ਕਿਰਪਾ ਦੀ ਬਰਸਾਤ ਕਰਨ ਵਾਲੇ ਸ਼ਨੀ ਉੱਚ ਦੇ ਅਧਿਕਾਰੀ, ਨਿਆਂ ਦੇ ਦੇਵਤਾ, ਮਹਾ ਨਿਆਇਧੀਸ਼ ਇਸ ਵਰੇ ਦਾ ਕਾਲਾ ਚੋਲਾ ਪਹਿਨ ਕੇ ਤੁਹਾਡੀ ਜ਼ਿੰਦਗੀ ਨੂੰ ਨਿਖਾਰਨ ਵਾਸਤੇ ਆਏ ਹਨ। ਭੁੱਖਿਆਂ ਦਾ ਢਿੱਡ ਭਰ ਲਿਓ, ਗਰੀਬਾਂ ਦੀ ਸਹਾਇਤਾ ਕਰ ਲਿਓ, ਬਲਹੀਨ ਨੂੰ ਬਲ ਦੇਣ ਦਾ ਪ੍ਰਯਾਸ ਕਰ ਲਿਓ। ਸ਼ਨੀ ਤੁਹਾਡੇ ਤੇ ਰਾਜੀ ਹੋ ਜਾਣਗੇ। ਉਹਨਾਂ ਦੀ ਕਿਰਪਾ ਦੀ ਬਰਸਾਤ ਤੁਹਾਡੇ ਤੇ ਪੈਂਦੀ ਨਜ਼ਰ ਆਵੇਗੀ ਤੁਹਾਨੂੰ। ਓਮ ਸ਼ਮ ਸ਼ਨਿਚਰਾਏ ਨਮः, ਇਸ ਮੰਤਰ ਦਾ ਜਾਪ ਪਰਮ ਸੁਖਕਾਰੀ ਹੋਵੇਗਾ। ਕਿਸੇ ਮਹਾਪੁਰਸ਼ ਨੂੰ ਕਿਸੇ ਸੱਜਣ ਨੇ ਪੁੱਛਿਆ ਕਿ ਈਸ਼ਵਰ ਕਿੱਥੇ ਹਨ। ਸਤਸੰਗ ਚੱਲ ਰਿਹਾ ਸੀ। ਮਹਾਪੁਰਸ਼ਾਂ ਨੇ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ। ਕੀ ਵੇਖਿਆ ਜਾ ਰਿਹਾ ਸੀ? ਈਸ਼ਵਰ ਦਾ ਗਾਨ ਚੱਲ ਰਿਹਾ ਸੀ ਤੇ ਕੁਝ ਲੋਕ ਨੱਚ ਰਹੇ ਸੀ। ਜਿਹੜੇ ਲੋਕ ਨੱਚ ਰਹੇ ਸੀ ਉਹਨਾਂ ਦੇ ਵਿੱਚ ਹੀ ਤਾਂ ਈਸ਼ਵਰ ਨੱਚ ਰਿਹਾ ਸੀ। ਮਹਾਪੁਰਸ਼ਾਂ ਦਾ ਕਹਾਣ ਹੈ, ਤੁਸੀਂ ਉਸ ਦੇ ਦਰਸ਼ਨ ਕਰੋ। ਉਹ ਤੁਹਾਡੇ ਕੋਲ ਆ ਕੇ ਨੱਚਦਾ ਹੈ, ਤੁਹਾਨੂੰ ਦਰਸ਼ਨ ਦੇਣ ਦਾ ਪ੍ਰਯਾਸ ਕਰਦਾ ਹੈ। ਤੁਸੀਂ ਆਪਣੀਆਂ ਅੱਖਾਂ ਮੂੰਦੀ ਫਿਰਦੇ ਹੋ। ਖੋਲੋ ਇਹਨਾਂ ਨੂੰ, ਫਿਰ ਪਰਮ ਸੁਖ ਮਿਲੇਗਾ। ਅੱਜ ਦਾ ਦਿਹਾੜਾ ਮੰਗਲਮੈ ਸ਼ਬਦਾਂ ਦੇ ਨਾਲ ਅੱਜ ਦਾ ਰਾਸ਼ੀਫਲ। ਮੇਖ ਰਾਸ਼ੀ ਦੇ ਸੱਜਣਾਂ ਨੂੰ ਅੱਜ ਉਚਾਈਆਂ ਛੂਹਣ ਦਾ ਮੌਕਾ ਮਿਲੇ। ਬ੍ਰਿਖ ਰਾਸ਼ੀ ਦੇ ਸੱਜਣ ਪੀੜਾਂ ਤੋਂ ਮੁਕਤ ਹੋ ਜਾਣਗੇ। ਮਿਥੁਨ ਰਾਸ਼ੀ ਦੇ ਸੱਜਣਾਂ ਨੂੰ ਅਲੱਗ ਤੋਂ ਇੱਕ ਪਹਿਚਾਨ ਬਣਾਉਣ ਦਾ ਮੌਕਾ ਮਿਲੇ। ਕਰਕ ਰਾਸ਼ੀ ਦੇ ਸੱਜਣੋਂ ਮਾਂ ਦੀ ਸਿਹਤ ਦਾ ਧਿਆਨ ਰੱਖਿਓ। ਸਿੰਘ ਰਾਸ਼ੀ ਦੇ ਸੱਜਣਾਂ ਨੂੰ ਜੂਆ ਸੱਟਾ ਲਾਟਰੀ ਵਿੱਚ ਨਹੀਂ ਜਾਣਾ ਚਾਹੀਦਾ। ਕੰਨਿਆ ਰਾਸ਼ੀ ਦੇ ਸੱਜਣੋਂ ਅੱਜ ਨਿਰੋਗੀ ਕਰਾਰ ਦਿੱਤੇ ਜਾਵੋਗੇ। ਤੁਲਾ ਰਾਸ਼ੀ ਦੇ ਸੱਜਣਾਂ ਨੂੰ ਵਿਵਾਹਿਤ ਜੀਵਨ ਦੇ ਵਿੱਚ ਦਾਖਲੇ ਦਾ ਮੌਕਾ ਮਿਲੇਗਾ। ਵ੍ਰਿਸ਼ਚਿਕ ਰਾਸ਼ੀ ਦੇ ਸੱਜਣੋਂ ਡੁੱਬਿਆ ਧਨ ਵਾਪਿਸ ਮਿਲਣ ਵਾਲਾ ਹੈ। ਧਨੂ ਰਾਸ਼ੀ ਦੇ ਸੱਜਣ ਕਿਸੇ ਅਧਿਆਤਮਿਕ ਸਥਲ ਦੇ ਨੇਤਾ ਚੁਣੇ ਜਾਵੋਗੇ। ਵਿਸ਼ੇਸ਼ ਯੋਗ। ਮਕਰ ਰਾਸ਼ੀ ਦੇ ਸੱਜਣਾਂ ਨੂੰ ਪਿਆਰ ਦੀਆਂ ਰਾਹਾਂ ਤੇ ਫੁੱਲਾਂ ਦੇ ਯੋਗ। ਮਕਰ ਰਾਸ਼ੀ ਦੇ ਸੱਜਣੋਂ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ, ਅੱਜ ਮੁਸਕਰਾਇਓ, ਖੂਬ ਮੁਸਕਰਾਓ। ਅੱਜ ਈਸ਼ਵਰ ਤੁਹਾਡੇ ਵੱਲ ਦੇ ਹੋ ਕੇ ਬੋਲਣਗੇ। ਅੱਜ ਇੱਕ ਸੰਕਲਪ ਕਰੋ ਕਿ ਸਾਰਾ ਵਰਾ ਈਸ਼ਵਰ ਦਾ ਧਿਆਨ ਕਰਨਾ ਹੈ। ਤੁਸੀਂ ਵੇਖਿਓ, ਤੁਸੀਂ ਪੀੜਾਂ ਤੋਂ ਮੁਕਤ ਹੋ ਜਾਵੋਗੇ। ਦਾਅਵਾ ਮੇਰਾ। ਕੁੰਭ ਰਾਸ਼ੀ ਦੇ ਸੱਜਣਾਂ ਨੂੰ ਇੱਕ ਅਲੱਗ ਨਜ਼ਾਰਾ ਵੇਖਣ ਨੂੰ ਮਿਲੇਗਾ। ਮੀਨ ਰਾਸ਼ੀ ਦੇ ਸੱਜਣ ਜੈ ਜੈਕਾਰ ਦੇ ਨਾਰਿਆਂ ਨਾਲ ਲੱਦੇ ਜਾਣਗੇ। ਨਮਸਕਾਰ। ਚੜ੍ਹਦਾ ਸੂਰਜ ਪ੍ਰੋਗਰਾਮ ਨੂੰ ਤੁਸੀਂ ਵੇਖ ਸਕਦੇ ਹੋ ਸਾਡੇ YouTube ਚੈਨਲ ਐਸਟ੍ਰੋ ਸ਼ੋ ਬਾਈ ਕਮਲਦੀਪ ਤੇ। ਨਾਲ ਹੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ज्योतिष सम्राट कमलदेव जी, 41 अमन पार्क, सामने चुंगी, फिरोजपुर रोड, लुधियाना।